ਸੁਲਤਾਨ ਸਲਾਹੁਦੀਨ ਅਯੂਬੀ ਦੀ ਤਾਰੀਖ ਇਤਿਹਾਸ ਨੂੰ ਜੇ ਅਸੀਂ 5 ਮਿੰਟ ਦੇ ਇੱਕ ਸ਼ਾਨਦਾਰ ਖਾਕੇ ਵਿੱਚ ਦੇਖਣਾ ਹੋਵੇ ਤਾਂ ਉਹ ਕੁਝ ਇਸ ਤਰ੍ਹਾਂ ਹੈ। 1. ਸ਼ੁਰੂਆਤੀ ਜੀਵਨ ਅਤੇ ਪਿਛੋਕੜ। ਜਨਮ। ਸਲਾਹੁਦੀਨ ਅਯੂਬੀ ਦਾ ਅਸਲ ਨਾਮ ਯੂਸੁਫ ਸੀ। ਉਹ 1137 ਤੋਂ 38 ਦੇ ਦੌਰਾਨ ਤਕਰੀਤ ਮੌਜੂਦਾ ਇਰਾਕ ਵਿੱਚ ਇੱਕ ਕੁਰਦ ਖਾਨਦਾਨ ਵਿੱਚ ਪੈਦਾ ਹੋਏ। ਤਰਬੀਅਤ। ਉਹਨਾਂ ਦੇ ਪਿਤਾ ਨਜਮੁੱਦੀਨ ਅਯੂਬ ਅਤੇ ਚਾਚਾ ਅਸਦੁੱਦੀਨ ਸ਼ੀਰਕੋ ਉਸ ਵੇਲੇ ਦੇ ਮਸ਼ਹੂਰ ਸੁਲਤਾਨ ਨੂਰਉਦੀਨ ਜ਼ੰਗੀ ਦੇ ਖਾਸ ਸਾਥੀਆਂ ਵਿੱਚੋਂ ਸਨ। ਸਲਾਹੁਦੀਨ ਨੇ ਸਿਰਫ ਜੰਗੀ ਹੁਨਰ ਹੀ ਨਹੀਂ ਸਿੱਖਿਆ ਬਲਕਿ ਉਹ ਮਜ਼ਹਬ, ਇਤਿਹਾਸ ਅਤੇ ਵਿਗਿਆਨ ਦੇ ਵੀ ਵੱਡੇ ਮਾਹਰ ਸਨ। 2. ਮਿਸਰ ਇਜਿਪਟ ਤੇ ਫਤਿਹ ਅਤੇ ਅਯੂਬੀ ਸਲਤਨਤ ਦੀ ਸ਼ੁਰੂਆਤ। ਸੁਲਤਾਨ ਨੂਰਉਦੀਨ ਜੰਗੀ ਨੇ ਸਲਾਹੁਦੀਨ ਅਤੇ ਉਹਨਾਂ ਦੇ ਚਾਚਾ ਸ਼ੀਰਕੋ ਨੂੰ ਮਿਸਰ ਦੀ ਮਦਦ ਲਈ ਭੇਜਿਆ। ਆਪਣੀ ਬਹਾਦਰੀ ਅਤੇ ਸਿਆਣਪ ਸਦਕਾ ਸਲਾਹੁਦੀਨ ਮਿਸਰ ਦੇ ਵਜ਼ੀਰ ਬਣੇ ਅਤੇ ਬਾਅਦ ਵਿੱਚ ਉੱਥੇ ਫਾਤਮੀ ਖਿਲਾਫਤ ਦਾ ਖਾਤਮਾ ਕਰਕੇ ਅਯੂਬੀ ਸਲਤਨਤ ਦੀ ਨੀਂਹ ਰੱਖੀ। ਨੂਰਉਦੀਨ ਜੰਗੀ ਦੀ ਵਫਾਤ ਤੋਂ ਬਾਅਦ ਉਹਨਾਂ ਨੇ ਸੀਰੀਆ, ਸ਼ਾਮ, ਹਿਜਾਜ਼, ਮੱਕਾ, ਮਦੀਨਾ ਅਤੇ ਯਮਨ ਨੂੰ ਇੱਕ ਝੰਡੇ ਹੇਠਾਂ ਇਕੱਠਾ ਕੀਤਾ ਤਾਂ ਜੋ ਈਸਾਈ ਸਲੀਬੀਆਂ ਕਰੂਸੇਡਰਜ਼ ਦਾ ਮੁਕਾਬਲਾ ਕੀਤਾ ਜਾ ਸਕੇ। 3. ਹਤੀਨ ਦੀ ਜੰਗ ਬੈਟਲ ਆਫ ਹਟੀਨ 1187। ਇਹ ਸਲਾਹੁਦੀਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ। ਸਲੀਬੀ ਹਾਕਮਾਂ ਖਾਸਕਰ ਰੇਨਾਲਡ ਨੇ ਮੁਸਲਮਾਨਾਂ ਦੇ ਕਾਫਲਿਆਂ ਨੂੰ ਲੁੱਟਿਆ ਅਤੇ ਬਦਸਲੂਕੀ ਕੀਤੀ। 1187 ਵਿੱਚ ਹਤੀਨ ਦੇ ਮੈਦਾਨ ਵਿੱਚ ਇੱਕ ਭਿਆਨਕ ਜੰਗ ਹੋਈ। ਸੁਲਤਾਨ ਨੇ ਅਜਿਹੀ ਬਿਹਤਰੀਨ ਜੰਗੀ ਰਣਨੀਤੀ ਅਪਣਾਈ ਕਿ ਸਲੀਬੀ ਫੌਜ ਨੂੰ ਚਾਰੋਂ ਪਾਸਿਓਂ ਘੇਰ ਕੇ ਹਰਾ ਦਿੱਤਾ ਅਤੇ ਉਹਨਾਂ ਦੇ ਵੱਡੇ ਰਾਜੇ ਗ੍ਰਿਫਤਾਰ ਕਰ ਲਏ। 4. ਯਰੂਸ਼ਲਮ ਬੈਤੁਲ ਮੁਕੱਦਸ ਦੀ ਆਜ਼ਾਦੀ। ਹਤੀਨ ਦੀ ਜਿੱਤ ਤੋਂ ਬਾਅਦ ਸੁਲਤਾਨ ਸਲਾਹੁਦੀਨ ਨੇ ਯਰੂਸ਼ਲਮ ਵੱਲ ਕੂਚ ਕੀਤਾ। ਲਗਭਗ 88 ਸਾਲਾਂ ਦੇ ਈਸਾਈ ਕਬਜ਼ੇ ਤੋਂ ਬਾਅਦ 2 ਅਕਤੂਬਰ 1187 ਨੂੰ ਮੁਸਲਮਾਨਾਂ ਨੇ ਬੈਤੁਲ ਮੁਕੱਦਸ ਨੂੰ ਦੁਬਾਰਾ ਆਜ਼ਾਦ ਕਰਵਾ ਲਿਆ। ਇਨਸਾਨੀਅਤ ਦੀ ਮਿਸਾਲ। ਜਦੋਂ ਈਸਾਈਆਂ ਨੇ ਯਰੂਸ਼ਲਮ ਤੇ ਕਬਜ਼ਾ ਕੀਤਾ ਸੀ ਤਾਂ ਉਹਨਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ, ਪਰ ਜਦੋਂ ਸਲਾਹੁਦੀਨ ਨੇ ਜਿੱਤਿਆ ਤਾਂ ਉਹਨਾਂ ਨੇ ਕਿਸੇ ਤੋਂ ਬਦਲਾ ਨਹੀਂ ਲਿਆ। ਸਭ ਨੂੰ ਅਮਨ ਸ਼ਾਂਤੀ ਦਿੱਤੀ, ਔਰਤਾਂ ਤੇ ਬੱਚਿਆਂ ਦੀ ਹਿਫਾਜ਼ਤ ਕੀਤੀ ਅਤੇ ਮਾਮੂਲੀ ਫਿਦਿਆ ਜਾਂ ਮੁਫਤ ਦੇ ਕੇ ਸਾਰਿਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ। ਉਹਨਾਂ ਦੇ ਇਸ ਰਹਿਮਦਿਲ ਰਵੱਈਏ ਦੀ ਤਾਰੀਫ ਅੱਜ ਵੀ ਪੱਛਮੀ ਵੈਸਟਰਨ ਇਤਿਹਾਸਕਾਰ ਕਰਦੇ ਹਨ। 5. ਤੀਜੀ ਸਲੀਬੀ ਜੰਗ ਅਤੇ ਰਿਚਰਡ ਨਾਲ ਟਾਕਰਾ। ਯਰੂਸ਼ਲਮ ਹੱਥੋਂ ਜਾਣ ਤੋਂ ਬਾਅਦ ਪੂਰੇ ਯੂਰਪ ਵਿੱਚ ਹਲਚਲ ਮਚ ਗਈ। ਇੰਗਲੈਂਡ ਦਾ ਰਾਜਾ ਰਿਚਰਡ ਦ ਲਾਇਨਹਾਰਟ ਇੱਕ ਬਹੁਤ ਵੱਡੀ ਫੌਜ ਲੈ ਕੇ ਆਇਆ। 3rd ਕਰੂਸੇਡ। ਰਿਚਰਡ ਅਤੇ ਸਲਾਹੁਦੀਨ ਵਿਚਕਾਰ ਕਈ ਲੜਾਈਆਂ ਹੋਈਆਂ ਪਰ ਰਿਚਰਡ ਯਰੂਸ਼ਲਮ ਨੂੰ ਦੁਬਾਰਾ ਨਾ ਜਿੱਤ ਸਕਿਆ। ਦੋਵਾਂ ਬਹਾਦਰਾਂ ਵਿਚਕਾਰ ਇੱਕ ਦੂਜੇ ਲਈ ਬਹੁਤ ਇੱਜ਼ਤ ਸੀ। ਜਦੋਂ ਰਿਚਰਡ ਬਿਮਾਰ ਹੋਇਆ ਤਾਂ ਸਲਾਹੁਦੀਨ ਨੇ ਉਸ ਲਈ ਫਲ ਅਤੇ ਆਪਣਾ ਖਾਸ ਹਕੀਮ ਭੇਜਿਆ ਸੀ। ਆਖਰਕਾਰ 1192 ਵਿੱਚ ਦੋਵਾਂ ਵਿਚਕਾਰ ਇੱਕ ਅਮਨ ਸਮਝੌਤਾ ਟ੍ਰੀਟੀ ਆਫ ਰਾਮਲਾ ਹੋਇਆ। 6. ਵਫਾਤ ਅਤੇ ਵਿਰਾਸਤ। 4 ਮਾਰਚ 1193 ਨੂੰ ਦਮਿਸ਼ਕ, ਸੀਰੀਆ ਵਿੱਚ ਇਸ ਮਹਾਨ ਸੁਲਤਾਨ ਦੀ ਵਫਾਤ ਹੋਈ। ਦਿਲਚਸਪ ਗੱਲ, ਜਦੋਂ ਉਹਨਾਂ ਦੀ ਵਫਾਤ ਹੋਈ ਤਾਂ ਇੰਨੀ ਵੱਡੀ ਸਲਤਨਤ ਦੇ ਮਾਲਕ ਦੇ ਖਜ਼ਾਨੇ ਵਿੱਚੋਂ ਸਿਰਫ 1 ਦਿਨਾਰ ਅਤੇ ਕੁਝ ਦਿਰਹਮ ਨਿਕਲੇ। ਉਹਨਾਂ ਨੇ ਆਪਣੀ ਸਾਰੀ ਦੌਲਤ ਗਰੀਬਾਂ ਅਤੇ ਜੰਗ ਦੇ ਲੋੜਵੰਦਾਂ ਵਿੱਚ ਵੰਡ ਦਿੱਤੀ ਸੀ, ਇੱਥੋਂ ਤੱਕ ਕਿ ਉਹਨਾਂ ਦੇ ਕਫਨ ਦਫਨ ਦਾ ਇੰਤਜ਼ਾਮ ਵੀ ਉਧਾਰ ਲੈ ਕੇ ਕਰਨਾ ਪਿਆ। ਸੁਲਤਾਨ ਸਲਾਹੁਦੀਨ ਅਯੂਬੀ ਨੂੰ ਸਿਰਫ ਇੱਕ ਬਹਾਦਰ ਜਰਨੈਲ ਵਜੋਂ ਹੀ ਨਹੀਂ ਬਲਕਿ ਉਹਨਾਂ ਦੇ ਇਨਸਾਫ, ਰਹਿਮਦਿਲੀ, ਉੱਚੇ ਕਿਰਦਾਰ ਅਤੇ ਇਨਸਾਨੀਅਤ ਦੇ ਸਤਿਕਾਰ ਕਰਕੇ ਦੁਨੀਆ ਭਰ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਹੈ।